ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸਾਹਿਤ ਦੇ ਰੂਪ ਸਵੈ ਜੀਵਨੀ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਨੂੰ ਖੋਲ੍ਹ ਕੇ ਉਸ ਵਿੱਚ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣ ਸਕਦੇ ਹੋ ਤਾਂ ਜੋ ਤੁਹਾਨੂੰ ਆਪਣੇ ਸਿਲੇਬਸ ਦੇ ਬਾਰੇ ਜਾਣਕਾਰੀ ਹਾਸਿਲ ਹੋ ਸਕੇ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਵੈ ਜੀਵਨੀ ਜੋ ਹੈ ਆਧੁਨਿਕ ਪੰਜਾਬੀ ਸਾਹਿਤ ਦਾ ਇੱਕ ਮਹੱਤਵਪੂਰਨ ਰੂਪ ਅਖਤਿਆਰ ਕਰ ਗਈ ਹੈ। ਹਾਲਾਂਕਿ ਇਸ ਰੂਪ ਨੂੰ ਪੰਜਾਬੀ ਸਾਹਿਤਕਾਰਾਂ ਨੇ ਸਭ ਤੋਂ ਘੱਟ ਅਪਣਾਇਆ, ਪਰ ਸਭ ਤੋਂ ਘੱਟ ਅਪਣਾਉਣ ਦੇ ਬਾਵਜੂਦ ਵੀ ਇਹ ਸਾਹਿਤ ਰੂਪ ਜੋ ਹੈ ਅੱਜ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਪ੍ਰਸਿੱਧਤਾ ਹਾਸਿਲ ਕਰ ਚੁੱਕਿਆ ਹੈ। ਸਵੈ ਜੀਵਨੀ ਦਾ ਅਰਥ ਜੋ ਹੈ ਇਹ ਸਵੈ ਅਤੇ ਜੀਵਨੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਭਾਵ ਸਵੈ ਦਾ ਭਾਵ ਹੈ ਖੁਦ ਬਾਰੇ, ਖੁਦ ਆਪਣੇ ਆਪੇ ਬਾਰੇ, ਔਰ ਜੀਵਨੀ ਆਪਣੇ ਜੀਵਨ ਦਾ ਬਿਰਤਾਂਤ, ਯਾਨੀ ਕਿ ਉਹ ਸਾਹਿਤਕ ਵਿਧਾ ਜਿਸ ਦੇ ਵਿੱਚ ਮਨੁੱਖ ਜੋ ਹੈ ਆਪਣੇ ਆਪੇ ਦੇ ਬਾਰੇ ਬਿਰਤਾਂਤ ਲਿਖਣ ਦਾ ਪ੍ਰਯਾਸ ਜਾਂ ਕੋਸ਼ਿਸ਼ ਕਰਦਾ ਹੈ, ਉਸ ਨੂੰ ਸਵੈ ਜੀਵਨੀ ਕਿਹਾ ਜਾਂਦਾ ਹੈ। ਹਾਲਾਂਕਿ ਸਵੈ ਜੀਵਨੀ ਜੋ ਹੈ ਜੀਵਨੀ ਦੇ ਨਾਲ ਮਿਲਦਾ ਜੁਲਦਾ ਰੂਪ ਹੀ ਹੈ, ਪਰ ਜੀਵਨੀ ਅਤੇ ਸਵੈ ਜੀਵਨੀ ਦੇ ਵਿੱਚ ਮੁੱਖ ਜੋ ਅੰਤਰ ਹੈ ਉਹ ਇਹ ਹੈ ਕਿ ਜੀਵਨੀ ਜੋ ਹੈ ਕੋਈ ਵੀ ਜੋ ਸਾਹਿਤਕਾਰ ਹੈ ਕਿਸੇ ਦੂਸਰੇ ਦੇ ਬਾਰੇ ਵੀ ਲਿਖ ਸਕਦਾ ਹੈ, ਪਰ ਸਵੈ ਜੀਵਨੀ ਜੋ ਹੈ ਉਹ ਮਨੁੱਖ ਆਪਣੇ ਆਪੇ ਬਾਰੇ ਖੁਦ ਲਿਖਦਾ ਹੈ। ਸਵੈ ਯਾਨੀ ਕਿ ਖੁਦ ਦੇ ਬਾਰੇ ਲਿਖਣ ਵਾਲੀ ਵਿਧਾ ਜੋ ਹੈ ਉਸ ਨੂੰ ਸਵੈ ਜੀਵਨੀ ਹੀ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਸਵੈ ਜੀਵਨੀ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲਿਖਿਆ ਹੈ, ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਸਵੈ ਜੀਵਨੀ ਤੋਂ ਭਾਵ ਹੈ ਮਨੁੱਖੀ ਜੀਵਨ ਦਾ ਉਹ ਬਿਰਤਾਂਤ ਜੋ ਕਿਸੇ ਵਿਅਕਤੀ ਨੇ ਆਪ ਲਿਖਿਆ ਹੋਵੇ। ਡਾਕਟਰ ਗੁਰਚਰਨ ਸਿੰਘ ਅਨੁਸਾਰ ਸਵੈ ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਗਿਆ ਆਪਣਾ ਜੀਵਨ ਇਤਿਹਾਸ ਹੈ। ਇਸ ਵਿੱਚ ਲੇਖਕ ਆਪਣੇ ਆਪ ਨੂੰ ਅੰਤਿਮ ਰੂਪ ਦੇਣ ਦਾ ਯਤਨ ਕਰਦਾ ਹੈ ਅਤੇ ਬੀਤ ਚੁੱਕੇ ਜੀਵਨ ਦੀ ਪੁਨਰ ਸਿਰਜਣਾ ਦਾ ਉਪਰਾਲਾ ਕਰਦਾ ਹੈ। ਇਸ ਤੋਂ ਬਾਅਦ ਡਾਕਟਰ ਵਿਸ਼ਵਨਾਥ ਪ੍ਰਸਾਦ ਅਨੁਸਾਰ ਜੋ ਹੈ ਸਵੈ ਜੀਵਨੀ ਵਿੱਚ ਲੇਖਕ ਨੇ ਨਿੱਜੀ ਜੀਵਨ ਦੀਆਂ ਘਟਨਾਵਾਂ ਦਾ ਬਿਰਤਾਂਤ ਅਤੇ ਮੁਲਾਂਕਣ ਕਰਨਾ ਹੁੰਦਾ ਹੈ। ਸਵੈ ਜੀਵਨੀ ਰਾਹੀਂ ਲੇਖਕ ਆਪਣੇ ਬੀਤ ਚੁੱਕੇ ਜੀਵਨ ਦਾ ਸਰਵੇਖਣ ਕਰਦਾ ਹੋਇਆ ਸਮੁੱਚੇ ਪਰਿਪੇਖ ਵਿੱਚ ਉਸ ਦਾ ਮੁਲਾਂਕਣ ਵੀ ਕਰਦਾ ਹੈ। ਸੋ ਸਪਸ਼ਟ ਹੈ ਕਿ ਮੂਲ ਰੂਪ ਦੇ ਵਿੱਚ ਸਵੈ ਜੀਵਨੀ ਲੇਖਕ ਦੀ ਆਪਣੀ ਜ਼ੁਬਾਨੀ ਆਪਣੇ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਹੁੰਦਾ ਹੈ, ਔਰ ਇਸ ਵਿੱਚ ਬੀਤ ਚੁੱਕੀਆਂ ਘਟਨਾਵਾਂ ਨੂੰ ਸ਼ਬਦੀ ਰੂਪ ਦੇਣ ਦਾ ਹੀ ਕਵੀ ਜੋ ਹੈ ਜਾਂ ਸਾਹਿਤਕਾਰ ਜੋ ਹੈ ਪ੍ਰਯਾਸ ਕਰਦਾ ਹੈ। ਪੰਜਾਬੀ ਸਾਹਿਤ ਦੇ ਵਿੱਚ ਜੋ ਸਵੈ ਜੀਵਨੀਆਂ ਹਨ ਇਹ ਦੋ ਪ੍ਰਕਾਰ ਦੀਆਂ ਹਨ। ਕੁਝ ਸਾਧਾਰਨ ਸਵੈ ਜੀਵਨੀਆਂ ਵੀ ਹਨ ਅਤੇ ਕੁਝ ਸਾਹਿਤਕ ਸਵੈ ਜੀਵਨੀਆਂ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਸਵੈ ਜੀਵਨੀ ਦੇ ਪ੍ਰਮੁੱਖ ਤੱਤ, ਕਿ ਇੱਕ ਸਵੈ ਜੀਵਨੀ ਲਿਖਣ ਵਾਲੇ ਸ਼ਖਸ ਨੂੰ, ਸਾਹਿਤਕਾਰ ਨੂੰ, ਰਚਨਾਕਾਰ ਨੂੰ ਜੋ ਹੈ ਕਿਹੜੇ ਪ੍ਰਮੁੱਖ ਤੱਤਾਂ ਦੇ ਸੁਮੇਲ ਦੇ ਨਾਲ ਸਵੈ ਜੀਵਨੀ ਦੀ ਸਿਰਜਣਾ ਕਰਨੀ ਹੁੰਦੀ ਹੈ। ਸਭ ਤੋਂ ਵੱਡੀ ਗੱਲ ਹੈ ਨਾਇਕ ਦੀ ਸ਼ਖਸੀਅਤ, ਕਿਉਂਕਿ ਸਵੈ ਜੀਵਨੀ ਲਿਖਣਾ ਜੋ ਹੈ ਇੰਨਾ ਸੁਖਾਲਾ ਨਹੀਂ ਹੈ। ਸਵੈ ਜੀਵਨੀ ਲਿਖਣ ਦੇ ਲਈ ਮਨੁੱਖ ਦੇ ਵਿੱਚ ਇੱਕ ਜ਼ਰੂਰਤ ਹੋਣੀ ਬਹੁਤ ਜ਼ਰੂਰੀ ਹੈ। ਆਪਣੇ ਜੀਵਨ ਦੇ ਬਾਰੇ ਸਾਰੇ ਸੱਚਾਈ ਦੇ ਨਾਲ, ਯਾਨੀ ਕਿ ਸੰਪੂਰਨ ਕੋਸ਼ਿਸ਼ ਕਰਨੀ ਹੈ ਕਿ ਸੱਚਾਈ ਦੇ ਨਾਲ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਬਿਆਨ ਕਰਨਾ ਹੈ, ਔਰ ਬਿਆਨ ਕਰਨ ਵਾਲਾ ਲੇਖਕ ਜੋ ਹੈ ਉਸ ਦਾ ਨਾਇਕ ਭਾਵ ਉਸ ਸਮੇਂ ਦੇ ਸਮਾਜ ਦੇ ਵਿੱਚ ਉਸ ਸ਼ਖਸ ਦਾ ਇੱਕ ਰੁਤਬਾ ਭਾਵ ਇੱਕ ਵੱਡੀ ਪਛਾਣ ਹੋਣੀ ਵੀ ਜ਼ਰੂਰੀ ਹੈ, ਕਿਉਂਕਿ ਆਮ ਸਧਾਰਨ ਮਨੁੱਖ ਦੀ ਜੀਵਨ ਬਾਰੇ ਜਾਣਨ ਦੀ ਕਿਸੇ ਨੂੰ ਕੋਈ ਦਿਲਚਸਪੀ ਨਹੀਂ ਹੋ ਸਕਦੀ, ਪਰ ਜਿਹੜੀ ਉਸ ਵੇਲੇ ਦੀ ਮਕਬੂਲ ਸ਼ਖਸੀਅਤ ਹੋਏਗੀ ਉਸ ਦੇ ਵਿੱਚ ਦੂਸਰਿਆਂ ਦਾ ਜੋ ਹੈ ਇੰਟਰਸਟ ਹੁੰਦਾ ਹੈ, ਰੁਚੀ ਹੁੰਦੀ ਹੈ ਉਸ ਨੂੰ ਜਾਣਨ ਦੀ ਵੀ, ਔਰ ਇਸ ਲਈ ਨਾਇਕ ਦੀ ਜੋ ਸ਼ਖਸੀਅਤ ਹੈ ਉਹ ਉੱਭਰ ਵੀ ਹੋਣੀ ਬੇਹੱਦ ਜ਼ਰੂਰੀ ਹੈ। ਫਿਰ ਹੈ ਤੱਥਾਂ ਦੀ ਪੇਸ਼ਕਾਰੀ। ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਜੋ ਵੀ ਉਸ ਦੀ ਜ਼ਿੰਦਗੀ ਦੀਆਂ ਘਟਨਾਵਾਂ ਹਨ, ਜੋ ਸਮੱਸਿਆਵਾਂ ਹਨ, ਜੋ ਜੀਵਨ ਸੰਘਰਸ਼ ਉਸਨੇ ਕੀਤਾ ਹੈ ਬਚਪਨ ਤੋਂ ਲੈ ਕੇ ਜੀਵਨੀ ਲਿਖਣ ਤੱਕ ਦੀ ਜੋ ਅਵਸਥਾ ਹੈ, ਉਹਨਾਂ ਘਟਨਾਵਾਂ ਨੂੰ ਤੱਥਾਂ 'ਤੇ ਆਧਾਰਿਤ, ਤਾਂ ਕਿ ਉਹ ਜੀਵਨੀ ਜੋ ਹੈ ਉਹ ਵਾਸਤਵਿਕਤਾ ਦਾ ਰੰਗ ਅਖਤਿਆਰ ਕਰ ਸਕੇ, ਔਰ ਤੱਥ ਨੂੰ ਪੇਸ਼ ਕਰਨ ਦੀ
ਜੋ ਹਿੰਮਤ ਹੈ ਉਹ ਕਿਸੇ ਵਿਰਲੇ ਵਿੱਚ ਹੀ ਹੁੰਦੀ ਹੈ। ਜੇਕਰ ਸੱਚਾਈ ਨੂੰ ਆਧਾਰ ਬਣਾ ਕੇ ਇਮਾਨਦਾਰੀ ਦੇ ਨਾਲ ਸਵੈ ਜੀਵਨੀ ਲਿਖੀ ਜਾਵੇਗੀ ਅਤੇ ਉਹ ਸਵੈ ਜੀਵਨੀ ਜਿਹੜੀ ਹੈ ਉਹ ਪਾਠਕਾਂ ਦੇ ਵਿੱਚ ਸਰਾਹੀ ਜਾਵੇਗੀ। ਬੋਲੀ ਅਤੇ ਸ਼ੈਲੀ, ਕਿਉਂਕਿ ਸਵੈ ਜੀਵਨੀ ਦੀ ਜਿਹੜੀ ਬੋਲੀ ਹੈ ਉਹ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ ਔਰ ਵੰਨ ਸੁਵੰਨੀਆਂ ਛੂਹਾਂ ਦੇ ਨਾਲ ਭਰਪੂਰ ਹੋਣੀ ਚਾਹੀਦੀ ਹੈ। ਭਾਵ ਉਸ ਦੇ ਵਿੱਚ ਰਸ ਵੀ ਹੋਣੇ ਚਾਹੀਦੇ ਹਨ, ਭਾਵ ਹਾਸ ਰਸ ਵੀ ਹੋਣਾ ਚਾਹੀਦਾ ਹੈ, ਤਾਂ ਜੋ ਪਾਠਕ ਜਿਹੜਾ ਹੈ ਉਸ ਨੂੰ ਪੜ੍ਹਦਿਆਂ ਹੋਇਆਂ ਸਿਰਫ ਗਿਆਨ ਹੀ ਨਹੀਂ ਹਾਸਲ ਕਰਨਾ, ਆਪਣਾ ਮਨੋਰੰਜਨ ਵੀ ਕਰ ਸਕੇ। ਇਸ ਦੇ ਨਾਲ ਨਾਲ ਉਸ ਦੇ ਵਿੱਚ ਜੋ ਹੈ ਅਲੰਕ੍ਰਿਤ ਸ਼ੈਲੀ ਦਾ ਵੀ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਕਿ ਪ੍ਰਭਾਵਸ਼ਾਲੀ ਸ਼ੈਲੀ ਜਿਹੜੀ ਹੈ ਉਹ ਵੀ ਪਾਠਕ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸਫਲ ਹੁੰਦੀ ਹੈ। ਬੋਲੀ ਜਿੰਨੀ ਵੀ ਸਰਲ ਅਤੇ ਸਪਸ਼ਟ ਹੋਵੇਗੀ, ਆਮ ਜਨ ਸਧਾਰਨ ਦੀ ਬੋਲੀ ਹੋਵੇਗੀ, ਮੁਹਾਵਰੇਦਾਰ ਬੋਲੀ ਹੋਵੇਗੀ, ਅਤੇ ਉਸ ਬੋਲੀ ਦਾ ਜੋ ਹੈ ਉਸ ਰਚਨਾ ਨੂੰ ਮਕਬੂਲ ਕਰਨ ਦੇ ਵਿੱਚ ਕਾਫੀ ਵੱਡਾ ਯੋਗਦਾਨ ਹੋ ਜਾਂਦਾ ਹੈ। ਅਤੇ ਇਸ ਤੋਂ ਅਗਲਾ ਤੱਥ ਆ ਜਾਂਦਾ ਹੈ ਸੁਹਿਰਦਤਾ। ਲੇਖਕ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਬਿਆਨ ਕਰਨਾ ਹੁੰਦਾ ਹੈ। ਉਸ ਦੇ ਵਿੱਚ ਕੋਈ ਸ਼ੇਖੀ ਨਹੀਂ ਮਾਰਨੀ, ਭਾਵ ਉਸ ਦੇ ਵਿੱਚ ਤੱਥਾਂ ਨੂੰ ਜੋ ਹੈ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਔਰ ਉਸ ਦੇ ਵਿੱਚ ਮੌਲਿਕਤਾ ਦਾ ਰੰਗ ਵੀ ਹੋਣਾ ਬੇਹੱਦ ਜ਼ਰੂਰੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਹਿਤਕ ਅਤੇ ਸਮਾਜਿਕ ਪੱਖ, ਕਿਉਂਕਿ ਸਵੈ ਜੀਵਨੀ ਇੱਕ ਸਾਹਿਤਕ ਵਿਧਾ ਹੈ ਔਰ ਸਾਹਿਤ ਜੋ ਹੈ ਸਮਾਜ ਦਾ ਹੀ ਦਰਪਣ ਹੁੰਦਾ ਹੈ ਔਰ ਮਨੁੱਖ ਜੋ ਹੈ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਜੋ ਕੁਝ ਉਸਨੇ ਗ੍ਰਹਿਣ ਕੀਤਾ, ਜੋ ਉਸ ਦੀਆਂ ਸਫਲਤਾਵਾਂ ਹਨ, ਅਸਫਲਤਾਵਾਂ ਹਨ, ਉਹਨਾਂ ਸਾਰਿਆਂ ਨੂੰ ਬੜੀ ਬਾਰੀਕ ਬੀਨੀ ਦੇ ਨਾਲ ਇਸ ਸਾਹਿਤਕ ਵਿਧਾ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਅਤੇ ਅੰਤਿਮ ਜੋ ਹੈ ਨੁਕਤਾ ਉਹ ਹੈ ਉਦੇਸ਼। ਸਵੈ ਜੀਵਨੀਕਾਰ ਜਦੋਂ ਆਪਣੀ ਜੀਵਨ ਕਹਾਣੀ ਨੂੰ ਬਿਆਨ ਕਰ ਰਿਹਾ ਹੈ ਅਤੇ ਉਸ ਦਾ ਮਕਸਦ ਜੋ ਹੈ ਜਾਂ ਉਦੇਸ਼ ਜੋ ਹੈ ਉਹ ਵੀ ਉੱਚਾ ਹੋਣਾ ਚਾਹੀਦਾ ਹੈ। ਉਸਨੇ ਸਿਰਫ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਜਾਂ ਆਪਣੇ ਜੀਵਨ ਤੱਕ, ਆਪਣੇ ਆਪੇ ਤੱਕ ਉਸ ਨੂੰ ਕੇਂਦਰਿਤ ਨਹੀਂ ਰੱਖਣਾ, ਕਿਉਂਕਿ ਉਹ ਜਿਨ੍ਹਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ ਹੈ, ਜਿਸ ਸਮਾਜ ਦੇ ਵਿੱਚ ਉਹ ਵਿਚਰ ਰਿਹਾ ਹੈ, ਉਸ ਸਮਾਜ ਦੇ ਸਾਰੇ ਪੱਖਾਂ ਦਾ ਵੀ ਜੋ ਹੈ ਉਸ ਦੇ ਵਿੱਚ ਬਿਆਨ ਕਰਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਪਾਠਕ ਜਾਂ ਜੋ ਹੈ ਉਸ ਨੂੰ ਉਸ ਸਵੈ ਜੀਵਨੀ ਦੇ ਵਿੱਚੋਂ ਗਿਆਨ ਵੀ ਹਾਸਲ ਹੋ ਸਕੇ। ਉਸ ਸਮੇਂ ਦੀਆਂ ਜੋ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਸਨ ਉਹਨਾਂ ਬਾਰੇ ਵੀ ਉਸ ਨੂੰ ਜਾਣਕਾਰੀ ਹਾਸਲ ਹੋ ਸਕੇ। ਭਾਵ ਜੋ ਸਵੈ ਜੀਵਨੀਕਾਰ ਹੈ ਉਸ ਦਾ ਉਸ ਰਚਨਾ ਨੂੰ ਸਿਰਜਣ ਦਾ ਸਾਹਿਤਕ ਦੇ ਨਾਲ ਨਾਲ ਜੋ ਹੈ ਸਮਾਜਿਕ ਉਦੇਸ਼ ਵੀ ਜੋ ਹੈ ਉਹ ਬਹੁਤ ਵੱਡਾ ਹੋਣਾ ਚਾਹੀਦਾ ਹੈ, ਤਾਂ ਜੋ ਜੀਵਨੀ ਜਾਂ ਸਵੈ ਜੀਵਨੀ ਜੋ ਰਚਨਾ ਹੈ ਉਸ ਨੂੰ ਪੜ੍ਹਦਿਆਂ ਹੋਇਆਂ ਪਾਠਕ ਜੋ ਹੈ ਉਸ ਤੋਂ ਕੁਝ ਸਿੱਖਿਆ ਵੀ ਗ੍ਰਹਿਣ ਕਰ ਸਕੇ, ਕਿਉਂਕਿ ਉਸ ਨੂੰ ਸਿਰਫ ਮਨੋਰੰਜਨ ਦੇ ਲਈ ਇਹ ਸਾਹਿਤ ਸਿਰਜਣਾ ਨਹੀਂ ਕੀਤੀ, ਬਲਕਿ ਸਮਾਜ ਨੂੰ ਕੋਈ ਦਿਸ਼ਾ ਵੀ ਉਸ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਜੋ ਪ੍ਰਮੁੱਖ ਸਵੈ ਜੀਵਨੀਆਂ ਪੰਜਾਬੀ ਦੇ ਵਿੱਚ ਲਿਖੀਆਂ ਗਈਆਂ ਹਨ ਉਹਨਾਂ ਦਾ ਵੀ ਅਸੀਂ ਵਰਣਨ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਲੈ ਰਹੇ ਹਾਂ ਕਿ ਪੰਜਾਬੀ ਦੀਆਂ ਪ੍ਰਮੁੱਖ ਸਵੈ ਜੀਵਨੀਆਂ ਜੋ ਲੇਖਕਾਂ ਵੱਲੋਂ ਲਿਖੀਆਂ ਗਈਆਂ ਹਨ, ਭਾਵ ਲੇਖਕ ਅਤੇ ਲੇਖਿਕਾਵਾਂ ਦੋ ਤਰ੍ਹਾਂ ਦੀਆਂ ਸਵੈ ਜੀਵਨੀਆਂ ਦਾ ਅਸੀਂ ਇੱਥੇ ਜ਼ਿਕਰ ਕਰਾਂਗੇ। ਹਾਲਾਂਕਿ ਸਵੈ ਜੀਵਨੀ ਜੋ ਹੈ ਇਸ ਨੂੰ ਬੇਹੱਦ ਆਧੁਨਿਕ ਰੂਪ ਮੰਨਿਆ ਜਾਂਦਾ ਹੈ, ਪਰ ਕੁਝ ਵਿਦਵਾਨ ਜੋ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿੱਤਰ ਨਾਟਕ ਜੋ ਹੈ ਉਸ ਨੂੰ ਦੇ ਵਿੱਚ ਵੀ ਜੋ ਹੈ ਸਵੈ ਜੀਵਨੀ ਦੇ ਅੰਸ਼ ਮੌਜੂਦ ਹੋਣ ਸਦਕਾ ਜੋ ਹੈ ਉਸ ਨੂੰ ਸਵੈ ਜੀਵਨੀ ਵਿਧਾ ਦਾ ਹੀ ਇੱਕ ਅੰਗ ਮੰਨਦੇ ਹਨ। ਪਰ ਆਧੁਨਿਕ ਸਾਹਿਤ ਦੇ ਵਿੱਚ ਜੋ ਹੈ 1950 ਤੋਂ ਬਾਅਦ ਜੇ ਅਸੀਂ ਗੱਲ ਕਰੀਏ, ਯਾਨੀ ਕਿ ਇਸ ਸਮੇਂ ਦੀ ਪ੍ਰਿੰਸੀਪਲ ਤੇਜਾ ਸਿੰਘ ਜੋ ਹੈ ਇਹਨਾਂ ਦੀ ਸਵੈ ਜੀਵਨੀ ਜੋ ਹੈ ਆਰਸੀ, ਇਹ ਆਧੁਨਿਕ ਪੰਜਾਬੀ ਸਾਹਿਤ ਦੀ ਜੋ ਹੈ ਇੱਕ ਮੁੱਢਲੀ ਸਵੈ ਜੀਵਨੀ ਹੈ ਜਾਂ ਪਹਿਲੀ ਸਵੈ ਜੀਵਨੀ ਹੋਣ ਦਾ ਇਸ ਰਚਨਾ ਨੂੰ ਮਾਣ ਹੈ। ਪਰ ਇਹ ਸਵੈ ਜੀਵਨੀ ਜਿਹੜੀ ਹੈ ਸਭ ਤੋਂ ਪਹਿਲਾਂ ਲਿਖੀ ਜਾਣ ਦੇ ਬਾਵਜੂਦ ਵੀ ਇਸ ਦੇ ਵਿੱਚ ਜੋ ਹੈ ਸਵੈ ਜੀਵਨੀ ਦੀਆਂ ਜੋ ਖੂਬੀਆਂ ਹੋਣੀਆਂ ਚਾਹੀਦੀਆਂ ਹਨ ਉਹ ਭਰਪੂਰ ਮਾਤਰਾ ਦੇ ਵਿੱਚ ਨਜ਼ਰ ਆਉਂਦੀਆਂ ਹਨ। ਇਹ ਸਵੈ ਜੀਵਨੀ ਜੋ ਹੈ ਆਰਸੀ ਪ੍ਰਿੰਸੀਪਲ ਤੇਜਾ ਸਿੰਘ ਨੇ 14/5/1952 ਨੂੰ ਲਿਖੀ ਹੈ। ਇਸ ਦਾ ਸਮਾਂ ਵੀ ਜੋ ਹੈ ਇਹਦੇ ਵਿੱਚ ਅੰਕਿਤ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਇਸ ਸਵੈ ਜੀਵਨੀ ਦੇ ਵਿੱਚ
ਇੱਕ ਚੰਗੀ ਸਵੈ ਜੀਵਨੀ ਵਾਲੇ ਸਾਰੇ ਗੁਣ ਮੌਜੂਦ ਹਨ। ਔਰ ਇਸ ਦੇ ਵਿੱਚ ਜੋ ਮੌਲਿਕ ਰੰਗਣ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ, ਜੋ ਉਹਨਾਂ ਦੀ ਸਾਹਿਤ ਦੇ ਉੱਤੇ ਇੱਕ ਪਕੜ ਹੈ, ਉਸ ਸਦਕਾ ਜੋ ਹੈ ਇਹ ਜੀਵਨੀ ਕਾਫੀ ਪ੍ਰਭਾਵਸ਼ਾਲੀ ਹੋ ਨਿਬੜੀ ਹੈ। ਇਸ ਤੋਂ ਬਾਅਦ ਨਾਨਕ ਸਿੰਘ ਨਾਵਲਕਾਰ ਦੀ ਸਵੈ ਜੀਵਨੀ ਮੇਰੀ ਦੁਨੀਆ, ਇਹ ਸਵੈ ਜੀਵਨੀ ਵੀ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਮਕਬੂਲ ਹੋਈ ਹੈ। ਔਰ ਇਸ ਤੋਂ ਬਾਅਦ ਆ ਜਾਂਦੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ, ਜੋ ਕਿ 2-3 ਜਿਲਦਾਂ ਦੇ ਵਿੱਚ ਹੈ। ਪਹਿਲਾਂ ਉਹਨਾਂ ਨੇ ਲਿਖੀ ਹੈ ਮੇਰੀ ਜੀਵਨ ਕਹਾਣੀ, ਜੋ ਕਿ ਉਹਨਾਂ ਨੇ 1959 ਦੇ ਵਿੱਚ ਲਿਖੀ ਹੈ। ਉਸ ਤੋਂ ਬਾਅਦ ਮੇਰੀ ਮੰਜ਼ਿਲ ਦਿਸ ਪਈ, ਮੰਜ਼ਿਲ ਦਿਸ ਪਈ 1964 ਦੇ ਵਿੱਚ ਲਿਖੀ ਹੈ। ਔਰ ਮੇਰੀ ਜੀਵਨ ਕਹਾਣੀ ਦਾ ਭਾਗ 2 ਜੋ ਉਹਨਾਂ ਨੇ ਲਿਖਿਆ ਹੈ ਉਹ 1978 ਦੇ ਵਿੱਚ ਉਹਨਾਂ ਨੇ ਲਿਖਿਆ ਹੈ। ਸੋ ਇਹ 3 ਜਿਲਦਾਂ ਦੇ ਵਿੱਚ ਮਿਲਦੀ ਹੈ। ਮਾਸਟਰ ਤਾਰਾ ਸਿੰਘ ਦੀਆਂ ਮੇਰੀਆਂ ਯਾਦਾਂ ਅਤੇ ਗਿਆਨੀ ਹੀਰਾ ਸਿੰਘ ਦਰਦ ਮੇਰੀਆਂ ਕੁਝ ਇਤਿਹਾਸਕ ਯਾਦਾਂ, ਇਹ ਦੋਵੇਂ ਜੋ ਲਿਖਤਾਂ ਹਨ, ਇਹਨਾਂ ਦੇ ਵਿੱਚ ਸਵੈ ਜੀਵਨੀ ਜੋ ਹੈ ਸੰਪੂਰਨ ਉਸਦੇ ਲੱਛਣ ਨਹੀਂ ਮਿਲਦੇ। ਇਹ ਅੰਸ਼ਕ ਸਵੈ ਜੀਵਨੀਆਂ ਗਿਣੀਆਂ ਜਾਂਦੀਆਂ ਹਨ, ਜੋ ਕਿ ਉਸ ਸਮੇਂ ਦੀਆਂ ਰਾਜਨੀਤਿਕ ਜੋ ਹਸਤੀਆਂ ਸਨ ਜਾਂ ਰਾਜਨੀਤਿਕ ਜੋ ਪਰਿਸਥਿਤੀਆਂ ਸਨ, ਉਹਨਾਂ ਦਾ ਕਾਫੀ ਵਧੀਆ ਢੰਗ ਦੇ ਨਾਲ ਉਲੇਖ ਕਰਦੀਆਂ ਹਨ। ਇਸ ਤੋਂ ਬਾਅਦ ਮਹਿੰਦਰ ਸਿੰਘ ਰੰਧਾਵਾ ਦੀ ਆਪ ਬੀਤੀ ਜੋ ਹੈ ਸਵੈ ਜੀਵਨੀ ਦੇ ਸਥਾਨ ਦੇ ਸਾਹਿਤ ਦੇ ਵਿੱਚ ਕਾਫੀ ਉੱਚਾ ਸਥਾਨ ਰੱਖਦੀ ਹੈ। ਅਤੇ ਕੁਝ ਮਕਬੂਲ ਸਵੈ ਜੀਵਨੀਆਂ ਹੋਰ ਵੀ ਹੋਈਆਂ ਹਨ, ਜਿਨ੍ਹਾਂ ਦੇ ਵਿੱਚ ਬਲਰਾਜ ਸਾਹਨੀ ਦੀ ਮੇਰੀ ਫਿਲਮੀ ਕਥਾ, ਡਾਕਟਰ ਸਰਦਾਰਾ ਸਿੰਘ ਜੌਹਲ ਰੰਗਾਂ ਦੀ ਗਾਗਰ ਜੋ ਹੈ ਕਾਫੀ ਸਾਹਿਤਕ ਹਲਕਿਆਂ ਦੇ ਵਿੱਚ ਸਰਾਹੀ ਜਾਣ ਵਾਲੀ ਰਚਨਾ ਹੈ। ਔਰ ਡਾਕਟਰ ਹਰਭਜਨ ਸਿੰਘ ਦੀ ਸਵੈ ਜੀਵਨੀ ਚੋਲਾ ਟਾਕੀਆਂ ਵਾਲਾ, ਬਲਵੰਤ ਗਾਰਗੀ ਦੀ ਨੰਗੀ ਧੁੱਪ, ਇਹ ਸਵੈ ਜੀਵਨੀਆਂ ਜੋ ਹਨ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇਸ ਦੇ ਬਾਵਜੂਦ ਹੋਰ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਸਵੈ ਜੀਵਨੀ ਸਾਹਿਤ ਦੀ ਰਚਨਾ ਕੀਤੀ ਹੈ। ਬਾਕੀਆਂ ਦਾ ਵੇਰਵਾ ਜੋ ਹੈ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ। ਪਰ ਕੁਝ ਜੋ ਹਨ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਜੋ ਸਵੈ ਜੀਵਨੀਕਾਰਾਂ ਹੋਈਆਂ ਹਨ, ਭਾਵ ਲੇਖਿਕਾਵਾਂ ਨੇ ਜੋ ਲਿਖੀਆਂ ਹਨ ਸਵੈ ਜੀਵਨੀਆਂ, ਉਹਨਾਂ ਦੇ ਵਿੱਚੋਂ ਸਭ ਤੋਂ ਮਕਬੂਲ ਸਵੈ ਜੀਵਨੀ ਜੋ ਹੈ ਉਹ ਕੈਲਾਸ਼ਪੁਰੀ ਦੀ ਹੈ, ਬਾਰੇ ਜਾਊ ਲੱਖ ਬਰੀਆਂ। ਇਹ ਸਵੈ ਜੀਵਨੀ ਅਸਲ ਦੇ ਵਿੱਚ 880 ਪੰਨਿਆਂ ਦੀ ਸਵੈ ਜੀਵਨੀ ਹੈ। ਔਰ ਇਸ ਦੇ ਵਿੱਚ ਬੜੀ ਹੀ ਸੰਵੇਦਨਸ਼ੀਲ ਅਤੇ ਕਾਵਮਈ ਗਦ ਸ਼ੈਲੀ ਦੇ ਨਾਲ ਉਸਨੇ ਇਸ ਰਚਨਾ ਨੂੰ ਭਾਵ ਇਸ ਸਾਹਿਤ ਸਵੈ ਜੀਵਨੀ ਨੂੰ ਸਿਰਜਿਆ ਹੈ। ਔਰ ਕੈਲਾਸ਼ਪੁਰੀ ਜੋ ਹੈ ਉਹ ਅਸਲ ਦੇ ਵਿੱਚ ਸਮੁੱਚੇ ਪੰਜਾਬੀ ਸਵੈ ਜੀਵਨੀ ਸਾਹਿਤ ਦੇ ਵਿੱਚ ਬਹੁਤ ਉਚੇਰਾ ਸਥਾਨ ਰੱਖਦੀ ਹੈ। ਔਰ ਉਸਦੀ ਇਹ ਸਵੈ ਜੀਵਨੀ ਜੋ ਹੈ, ਇਸ ਦੇ ਵਿੱਚੋਂ ਕਿਉਂਕਿ ਵਿਅਕਤੀਗਤ ਜੀਵਨ ਦੀ ਹੀ ਝਲਕ ਨਹੀਂ ਮਿਲਦੀ, ਸਗੋਂ ਉਸ ਸਮੇਂ ਦੀ ਸਮਾਜਿਕ ਅਤੇ ਵਿਸ਼ਵ ਵਿਆਪੀ ਮਾਨਵੀ ਆਦਰਸ਼ ਜੋ ਸਨ ਉਹਨਾਂ ਦੀ ਵੀ ਪੇਸ਼ਕਾਰੀ ਹੋਈ ਹੈ। ਔਰ ਕੈਲਾਸ਼ਪੁਰੀ ਜੋ ਹੈ ਇਹ ਬਰਤਾਨੀਆ ਦੇ ਪ੍ਰਵਾਸੀ ਸਾਹਿਤਕਾਰਾਂ ਦੇ ਵਿੱਚ ਆਉਂਦੀ ਹੈ, ਪਰ ਸਵੈ ਜੀਵਨੀ ਸਾਹਿਤ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਅਹਿਮ ਪ੍ਰਾਪਤੀ ਹੈ ਪੰਜਾਬੀ ਸਵੈ ਜੀਵਨੀ ਸਾਹਿਤ ਦੀ। ਅੰਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ ਜੋ ਹੈ ਇਹ ਵੀ ਬੜੀ ਮਕਬੂਲ ਹੋਈ ਹੈ। ਦਲੀਪ ਕੌਰ ਟਿਵਾਣਾ ਦੀ ਨੰਗੇ ਪੈਰਾਂ ਦਾ ਸਫ਼ਰ, ਅਤੇ ਇਸ ਦੇ ਨਾਲ ਨਾਲ ਦਲੀਪ ਕੌਰ ਟਿਵਾਣਾ ਦੀਆਂ ਹੋਰ ਵੀ ਇੱਕ ਸਾਹਿਤਕ ਸਵੈ ਜੀਵਨੀ ਮਿਲਦੀ ਹੈ, ਪੂਛਤੇ ਹੋ ਤੋ ਸੁਣੋ। ਇਹ ਵੀ ਬਹੁਤ ਹੀ ਪਾਏਦਾਰ ਰਚਨਾ ਹੈ, ਪੂਛਤੇ ਹੈ ਤੋ ਸੁਣੋ। ਔਰ ਇਸ ਦੇ ਨਾਲ ਹੀ ਇਹਨਾਂ ਦੀਆਂ ਹੋਰ 2-3 ਰਚਨਾਵਾਂ ਹਨ ਕਿ ਸ਼ਿਖਰ ਦੁਪਹਿਰੇ, ਆਪਣੀ ਛਾਵੇਂ ਤੁਰਦਿਆਂ ਤੁਰਦਿਆਂ, ਇਹ ਵੀ ਇਹਨਾਂ ਦੀਆਂ ਜੋ ਸਵੈ ਜੀਵਨੀਆਂ ਹਨ। ਅਜੀਤ ਕੌਰ ਦੀ ਕੂੜਾ ਕਬਾੜਾ ਬੜੀ ਮਕਬੂਲ ਹੋਈ ਹੈ ਪੰਜਾਬੀ ਜਗਤ ਦੇ ਵਿੱਚ। ਔਰ ਬਚਿੰਤ ਕੌਰ ਦੀ ਪਗਡੰਡੀਆਂ, ਪ੍ਰਭਜੋਤ ਕੌਰ ਦੀ ਜੀਣਾ ਵੀ ਇੱਕ ਅਦਾ ਹੈ। ਇਸ ਦੇ ਵਿੱਚ ਪ੍ਰਭਜੋਤ ਕੌਰ ਨੇ ਆਪਣੀ ਜੀਵਨ ਦੇ ਸੰਘਰਸ਼ ਨੂੰ ਜੋ ਹੈ ਇੰਨੀ ਬਾਰੀਕ ਬੀਨੀ ਦੇ ਨਾਲ ਚਿਤਰਿਆ ਹੈ ਕਿ ਬਹੁਤ ਹੀ ਕਰੁਣਾ ਰਸ ਵੀ ਹੈ ਇਸ ਸਵੈ ਜੀਵਨੀ ਦੇ ਵਿੱਚ। ਪਾਠਕ ਜੋ ਪੜ੍ਹਦਿਆਂ ਦਿੱਲੀ ਜਿਹੇ ਸ਼ਹਿਰ ਦੇ ਵਿੱਚ ਇੱਕ ਔਰਤ ਦੀ ਸਥਿਤੀ ਔਰ ਉਸਦੀ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨ ਵਾਲੀ ਸਵੈ ਜੀਵਨੀ ਹੈ। ਪਰ ਪ੍ਰਭਜੋਤ ਕੌਰ ਦੀ ਖੂਬੀ ਇਹ ਹੈ ਕਿ ਉਸਨੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਜੋ ਹੈ ਬੜੀ ਦਲੇਰੀ ਦੇ ਨਾਲ ਔਰ ਬੜੇ ਹੀ ਮਾਰਮਿਕ ਅੰਦਾਜ਼ ਦੇ ਵਿੱਚ ਆਪਣੇ ਜ਼ਿੰਦਗੀ ਦੇ ਸੰਘਰਸ਼ ਨੂੰ ਬੜਾ ਸੁਹਿਰਦ ਹੋ ਕੇ ਬਿਆਨਿਆ ਹੈ। ਮਨਜੀਤ ਇੰਦਰਾ ਦੀ ਸਵੈ ਜੀਵਨੀ ਤਾਰਿਆਂ ਦਾ ਛੱਜ ਵੀ ਪੰਜਾਬੀ ਸਾਹਿਤ ਦੇ ਵਿੱਚ
ਜੋ ਹੈ ਪੰਜਾਬੀ ਸਵੈ ਜੀਵਨੀ ਸਾਹਿਤ ਦੇ ਵਿਕਾਸ ਦੇ ਵਿੱਚ ਚੰਗਾ ਚੋਖਾ ਯੋਗਦਾਨ ਪਾ ਰਹੀ ਹੈ। ਇਸ ਤਰ੍ਹਾਂ ਸਮੁੱਚੇ ਰੂਪ ਦੇ ਵਿੱਚ ਜਾਂ ਸਿੱਟੇ ਵਜੋਂ ਜੇਕਰ ਅਸੀਂ ਕਹਿਣਾ ਹੋਵੇ ਤਾਂ ਸਵੈ ਜੀਵਨੀ ਜੋ ਹੈ ਪੰਜਾਬੀ ਸਾਹਿਤ ਦਾ ਇੱਕ ਬੇਹੱਦ ਹਰਮਨ ਪਿਆਰਾ ਸਾਹਿਤ ਰੂਪ ਹੈ ਔਰ ਜੋ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਜਾਂ ਸੱਭਿਆਚਾਰਕ ਪਰਿਸਥਿਤੀਆਂ ਦਾ ਇੱਕ ਦਸਤਾਵੇਜ਼ ਹੋ ਨਿਬੜਦੀ ਹੈ ਔਰ ਇਸ ਸਾਹਿਤ ਰੂਪ ਦੇ ਵਿੱਚੋਂ ਜੋ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਕਾਫੀ ਇਸ ਸਵੈ ਜੀਵਨੀ ਸਾਹਿਤ ਦੇ ਵਿੱਚ ਸੰਭਾਵਨਾਵਾਂ ਮੌਜੂਦ ਹਨ ਔਰ ਉਮੀਦ ਕਰਦੇ ਹਾਂ ਕਿ ਵਿਦਿਆਰਥੀਆਂ ਨੂੰ ਸਵੈ ਜੀਵਨੀ ਦੇ ਬਾਰੇ ਜੋ ਹੈ ਕੀਤੀ ਗਈ ਚਰਚਾ ਬੇਹੱਦ ਪਸੰਦ ਆਵੇਗੀ ਔਰ ਲਾਹੇਵੰਦ ਉਹਨਾਂ ਦੇ ਲਈ ਸਾਬਿਤ ਹੋਵੇਗੀ। ਇਹ ਚਰਚਾ ਤੁਹਾਨੂੰ ਕਿਹੋ ਜਿਹੀ ਲੱਗੀ? ਅਗਰ ਇਹ ਚਰਚਾ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਇਸ ਅੱਜ ਦੀ ਵੀਡੀਓ ਨੂੰ ਜੋ ਹੈ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਦਾ ਲਾਹਾ ਲੈ ਸਕਣ। ਸੋ ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।